देश विदेश ਦੀਆਂ ਸੰਗਤਾਂ ਨੇ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦਾ ਸਵਾਗਤ ਕਰਦੇ ਹੋਏ ਮੈਂ ਪਰਮਿੰਦਰ ਸਿੰਘ ਚੰਡੀਗੜ੍ਹ ਆਪ ਸੰਗਤਾਂ ਦੇ ਨਾਲ ਕੁਝ ਵਿਚਾਰ ਸਾਂਝੇ ਕਰਨ ਲੱਗਾ ਹਾਂ ਜੀ। ਉਹ ਸਤ ਸੰਗਤ ਜੀ, ਜੀਵਨ ਦੇ ਵਿੱਚ ਵਿਚਰਦੇ ਹੋਏ ਆਪਾਂ ਅਨੇਕ ਤਰ੍ਹਾਂ ਦੇ ਲੋਕਾਂ ਦੇ ਨਾਲ ਵਿਚਾਰਾਂ ਸਾਂਝੀਆਂ ਕਰਦੇ ਹਾਂ ਅਤੇ ਆਪਾਂ ਸਿੱਖ ਹੋਣ ਦੇ ਨਾਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਉੱਤੇ ਬੇਅੰਤ ਸ਼ਰਧਾ ਅਥਾਹ ਵਿਸ਼ਵਾਸ ਰੱਖਦੇ ਹਾਂ ਅਤੇ ਜਿੱਥੋਂ ਤੱਕ ਸਤਿਗੁਰਾਂ ਦੀ ਬਾਣੀ ਨੇ ਸਿੱਖਾਂ ਨੂੰ ਪਹੁੰਚਾਇਆ ਹੈ, ਉਸ ਅਵਸਥਾ ਨੂੰ ਪੂਰੀ ਦੁਨੀਆ ਦੇ ਵਿੱਚ ਲੋਕ ਮੰਨਣ ਲੱਗ ਗਏ ਨੇ, ਲੋਕ ਸਤਿਕਾਰ ਕਰਦੇ ਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਦੁਨੀਆ ਦੇ ਲਗਭਗ ਸਾਰੇ ਧਰਮਾਂ ਦੇ ਰਹਿਬਰ ਮੁਖੀ ਜਿਹੜੇ ਨੇ ਉਹ ਯੂਨੀਵਰਸਲ ਟਰੁੱਥ ਮੰਨਣ ਲੱਗ ਗਏ ਨੇ। ਪਰ ਸਮਾਜ ਦੇ ਵਿੱਚ ਦੋ ਧੜੇ ਹਰ ਪੱਖ ਦੇ ਉੱਤੇ ਕਾਇਮ ਰਹਿੰਦੇ ਨੇ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਉੱਤੇ ਵੀ ਦੋ ਧੜੇ ਵਿਚਰ ਰਹੇ ਨੇ। ਇੱਕ ਜਿਹੜੇ ਕੇਵਲ ਤਰਕ ਦੀ ਗੱਲ ਕਰਦੇ ਨੇ ਅਤੇ ਦੂਜੇ ਜਿਹੜੇ ਸ਼ਰਧਾ ਦੀ ਗੱਲ ਕਰਦੇ ਨੇ। ਜੇ ਕੋਈ ਸ਼ਰਧਾਵਾਨ ਹੈ ਅਤੇ ਉਹ ਤਰਕਵਾਦੀ ਵਿਚਾਰਾਂ ਸੁਣ ਕੇ ਰਾਜੀ ਨਹੀਂ, ਜੇ ਕੋਈ ਤਰਕਵਾਦੀ ਹੈ ਅਤੇ ਉਹ ਸ਼ਰਧਾਵਾਨ ਗੁਰਸਿੱਖਾਂ ਦੀਆਂ ਵਿਚਾਰਾਂ ਦੇ ਨਾਲ ਸਹਿਮਤ ਨਹੀਂ। ਪਰ ਮੈਂ ਵਿਚਰਦੇ ਹੋਏ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਿਆ ਹਾਂ ਜਿਨ੍ਹਾਂ ਦੀਆਂ ਵਿਚਾਰਾਂ ਸੁਣ ਕੇ ਅਥਾਹ ਸ਼ਰਧਾ ਵੀ ਵੇਖਣ ਨੂੰ ਮਿਲਦੀ ਹੈ ਅਤੇ ਉਹਨਾਂ ਦੀਆਂ ਵਿਚਾਰਾਂ ਦੇ ਵਿੱਚ ਤਰਕ ਵੀ ਹੁੰਦਾ ਹੈ। ਸੰਗਤਾਂ ਇਹਨਾਂ ਦੇ ਵਿਚਾਰਾਂ ਨੂੰ ਸੁਣ ਕੇ ਪ੍ਰਭਾਵਿਤ ਹੋਏ ਤੋਂ ਬਿਨਾਂ ਨਹੀਂ ਰਹਿ ਸਕਦੀਆਂ। ਮੈਂ ਸੋਚਿਆ ਕਿਉਂ ਨਾ ਹੋਰ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਉਹਨਾਂ ਦੀ ਸਾਂਝ ਪਵਾਈ ਜਾਵੇ ਤਾਂ ਜੋ ਸਾਰੀਆਂ ਸੰਗਤਾਂ ਹੀ ਘਰਾਂ ਦੇ ਵਿੱਚ ਬੈਠੀਆਂ ਵੀ ਲਾਹੇ ਪ੍ਰਾਪਤ ਕਰ ਸਕਣ। ਮੇਰੀ ਮੁਰਾਦ ਗਿਆਨੀ ਨਿਰੰਜਨ ਸਿੰਘ ਜੀ ਗੁਰਜੰਟ ਭਾਗੀ ਕਿਤੇ ਤੋਂ ਹੈ, ਜੋ ਕਿ ਸੰਗਤਾਂ ਦੇ ਨਾਲ ਬੜੇ ਹੀ ਵਧੀਆ ਤਰੀਕੇ ਦੇ ਨਾਲ ਤਰਕ ਅਤੇ ਸ਼ਰਧਾ ਦਾ ਸੁਮੇਲ ਕਰਕੇ ਵਿਚਾਰਾਂ ਪੇਸ਼ ਕਰਦੇ ਨੇ। ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤ ਸੰਗਤ ਜੀਓ, ਆਓ ਸਰਬੱਤ ਸੰਗਤਾਂ ਨੂੰ ਗਿਆਨੀ ਜੀ ਦੇ ਨਾਲ ਮਿਲ ਕੇ ਫਤਿਹ ਬੁਲਾ ਲਈ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ, ਕੁਝ ਵਿਚਾਰਾਂ ਕਰਨੀਆਂ ਨੇ ਅਤੇ ਕੁਝ ਸਵਾਲ ਵੀ ਪੁੱਛਣੇ ਨੇ ਤਾਂ ਜੋ ਸੰਗਤਾਂ ਲਾਹੇ ਪ੍ਰਾਪਤ ਕਰ ਸਕਣ। ਪਹਿਲੀ ਤਾਂ ਬੇਨਤੀ ਆਪ ਜੀ ਨੂੰ ਇਹ ਹੈ ਕਿ ਹਰ ਬੰਦੇ ਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਜਦੋਂ ਉਹ ਧਰਮ ਵਾਲੇ ਪਾਸੇ ਆਉਂਦਾ ਹੈ। ਤੁਹਾਡੇ ਜੀਵਨ ਦੇ ਵਿੱਚ ਕੋਈ ਘਟਨਾ ਵਾਪਰੀ ਜਾਂ ਫਿਰ ਤੁਹਾਡਾ ਪਿਛੋਕੜ ਜਿਹੜਾ ਹੈ ਉਹ ਗੁਰਸਿੱਖੀ ਦੇ ਨਾਲ ਪਹਿਲਾਂ ਤੋਂ ਜੁੜਿਆ ਹੋਇਆ, ਤੁਸੀਂ ਇਸ ਪਾਸੇ ਪ੍ਰਚਾਰਕ ਫੀਲਡ ਦੇ ਵਿੱਚ ਕਿਵੇਂ ਆਏ? ਨਹੀਂ, ਐਸਾ ਤਾਂ ਕੋਈ ਨਹੀਂ ਸੀ। ਮੇਰੀ ਜ਼ਿੰਦਗੀ 'ਚ ਸਾਡੇ ਪਿਛੋਕੜ 'ਚ ਕੋਈ ਪ੍ਰਚਾਰਕ ਨਹੀਂ ਸੀ, ਕੋਈ ਜਿਹੜਾ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਖੈਰ ਪੜ੍ਹਨ ਵੀ ਨਹੀਂ ਸੀ ਜਾਣਦਾ। ਕਈ ਵਾਰੀ ਲੋੜ ਹੈ ਜਿਹੜੀ ਬੰਦੇ ਦੀ, ਉਹ ਕਿਸੇ ਪਾਸੇ ਵੀ ਜ਼ਿੰਦਗੀ ਨੂੰ ਲਿਜਾ ਸਕਦੀ। ਮੇਰੇ ਫਾਦਰ ਦੀ ਬਚਪਨ 'ਚ ਡੈਥ ਹੋ ਗਈ। ਚਲੋ ਵਾਹਿਗੁਰੂ ਦੀ ਕਿਰਪਾ ਨਾਲ ਲਾ ਲਓ ਥੋੜ੍ਹਾ ਘਣਾ ਪੜ੍ਹ ਗਏ, ਔਰ ਪੜ੍ਹਨ ਤੋਂ ਬਾਅਦ ਹਰ ਬੰਦਾ ਕਹਿੰਦਾ ਵੀ ਸਾਡੇ ਬੱਚੇ ਨੂੰ, ਸਾਡੇ ਜਵਾਕ ਨੂੰ ਨੌਕਰੀ ਮਿਲ ਗਈ, ਐਂ ਹੋ ਜੀ ਉਹ ਜੀ। ਹੁਣ ਤੁਹਾਨੂੰ ਪਤਾ ਵੀ ਸਿਸਟਮ ਹੀ ਇੱਥੇ ਇਹੋ ਜਿਹਾ, ਨੌਕਰੀਆਂ ਮਿਲਣੀਆਂ ਜਾਂ ਹੋਰ ਬੜਾ ਔਖਾ ਹੈ ਸਿਸਟਮ ਜਿਹੜਾ। ਤਾਂ ਇੰਨੀ ਗੱਲ ਜ਼ਰੂਰ ਹੈ ਵੀ ਬਚਪਨ 'ਚ ਪੜ੍ਹਦਿਆਂ ਨੂੰ ਇੱਕ ਐਸੇ ਗੁਰਮੁਖ ਦਾ ਮੇਲ ਹੋ ਗਿਆ। ਸਾਡੇ ਨੇੜੇ ਪਿੰਡ ਹੈ ਤਖਤੂਪੁਰਾ ਸਾਹਿਬ, ਜਿੱਥੇ ਤਿੰਨ ਗੁਰੂ ਸਾਹਿਬਾਨਾਂ ਦੀ ਜਿਹੜੀ ਚਰਨ ਛੋਹ ਧਰਤੀ ਆ। ਉੱਥੋਂ ਦੇ ਇੱਕ ਬਾਬਾ ਲਾਲ ਸਿੰਘ ਹੁੰਦੇ ਸੀ, ਜਿਨ੍ਹਾਂ ਨੇ ਮਤਲਬ ਮੇਰੇ ਪਿੰਡ ਰਹਿੰਦੇ ਹੁੰਦੇ ਸੀ। ਉਹ ਜਥੇਦਾਰ ਜੋਰਾ ਸਿੰਘ MLA ਹੁੰਦੇ ਸੀ, ਉਹਨਾਂ ਦੇ ਘਰ ਰਹਿੰਦੇ ਹੁੰਦੇ ਸੀ। ਉਹ ਅਕਸਰ ਸਾਡੇ ਘਰ ਕੋਲ ਦੀ ਲੰਘਦੇ, ਅਸੀਂ ਪੜ੍ਹ ਕੇ ਆਉਂਦੇ ਅਤੇ
ਉਹਨਾਂ ਨੇ ਸਾਡੀਆਂ ਛੋਟੇ ਹੁੰਦੇ ਕਰਕੇ ਜਿਵੇਂ ਬੱਚਿਆਂ ਨੂੰ ਪਿਆਰ ਕਰਦੇ ਆ, ਬਾਹਾਂ ਬੂਹਾਂ ਫੜ ਲੈਣੀਆਂ, ਫਿਰ ਉਹਨਾਂ ਨੇ ਕਹਿਣਾ ਵੀ ਤੁਸੀਂ ਬਾਣੀ ਸਿੱਖੋ। ਉਹ ਬਾਬੇ ਨੇ ਸਾਨੂੰ ਜਿਹੜੀ ਉਹ ਬਾਣੀ ਪੜ੍ਹਾਉਣੀ ਸ਼ੁਰੂ ਕਰ। ਚਲੋ ਬਚਪਨ 'ਚ ਉਹਨਾਂ ਨੇ ਬਾਣੀ ਪੜ੍ਹਾਈ, ਬੜੀ ਜਾਣੀ ਕਿ ਗਿਆਨ ਦਿੱਤਾ ਜਿੰਨਾ ਕੁ ਉਹਨਾਂ ਕੋਲ ਸੀਗਾ, ਮਤਲਬ ਛੋਟੀ ਉਮਰ 'ਚ। ਫਿਰ ਹੌਲੀ ਹੌਲੀ ਤੁਹਾਨੂੰ ਪਤਾ ਘਰ ਦੀਆਂ ਲੋੜਾਂ ਜਾਂ ਫਿਰ ਘਰ ਦੀਆਂ ਸਮੱਸਿਆਵਾਂ ਆਪਾਂ ਬੱਚਿਆਂ ਨੂੰ ਕੰਮ 'ਚ ਪਾ ਦਿੰਦੇ ਹਾਂ। ਫਿਰ ਜਦੋਂ ਬਾਣੀ ਪੜ੍ਹਨ ਲੱਗ ਗਏ, ਫਿਰ ਬਹੁਤ ਸਾਰੇ ਗ੍ਰੰਥੀ ਜਿਹੜੇ ਮੇਰੇ ਪਿੰਡ ਦੇ ਜਾਂ ਕਿਵੇਂ, ਉਹ ਕਹਿੰਦੇ ਆ ਵੀ ਚਲੋ 2 ਪੈਸੇ ਆ ਜਾਇਆ ਕਰਨਗੇ, ਮਤਲਬ ਤੁਹਾਡਾ ਪਰਿਵਾਰ ਦਾ ਕੁਝ ਨਾ ਕੁਝ ਚੱਲ ਜੂਗਾ। ਤਾਂ ਫਿਰ ਪਾਠ ਕਰਨ ਲੱਗੇ। ਤਾਂ ਜਦੋਂ ਪਾਠ ਕਰਨ ਲੱਗੇ, ਫਿਰ ਉਹਦੇ ਤੋਂ ਜਦੋਂ 2 ਪੈਸੇ ਆਉਣ ਲੱਗ ਜਾਂਦੇ ਆ ਬੰਦੇ ਨੂੰ, ਤਾਂ ਫਿਰ ਕੁਦਰਤੀ ਉਹਦਾ ਇੰਟਰਸਟ ਬਣ ਜਾਂਦਾ। ਮੈਂ ਐਵੇਂ ਤੁਹਾਡੇ ਨਾਲ ਕੋਈ ਗਲਤ ਗੱਲ ਕਰਾਂ ਵੀ ਮੈਂ ਤਾਂ ਜੀ ਬਹੁਤ ਅੰਦਰੋਂ ਸ਼ਰਧਾ ਜਾਗ ਪਈ ਮੇਰੀ, ਜਾਂ ਐਸਾ ਕੁਛ ਨਹੀਂ ਸੀ। ਅਸਲੀ ਗੱਲ ਤਾਂ ਇਹ ਸੀ ਵੀ ਗਰੀਬੀ ਘਰ 'ਚ ਪਲੇ ਸੀ, ਅਤੇ ਮਤਲਬ ਪਾਠਾਂ ਤੋਂ ਸਾਨੂੰ ਪੈਸੇ ਪੈਣ ਲੱਗ ਗਏ, ਘਰ ਦਾ ਖਰਚਾ ਗੁਜ਼ਾਰਾ ਚੱਲਣ ਲੱਗ ਗਿਆ। ਉੱਧਰ ਨੂੰ ਇੰਟਰਸਟ ਹੋ ਗਿਆ। ਤਾਂ ਇਹ ਗੱਲ ਜ਼ਰੂਰ ਹੈ ਵੀ ਜਿਉਂ ਵਿਚਰਦੇ ਗਏ ਤਾਂ ਫਿਰ ਜਿਹੜਾ ਉਹੇ ਜਿਹੇ ਗੁਰਮੁਖਾਂ ਨਾਲ ਕਈਆਂ ਨਾਲ ਵਾਹਿਗੁਰੂ ਨੇ ਮੇਲ ਕਰਾਤਾ, ਜਿਨ੍ਹਾਂ ਨੇ ਉਹ ਬਾਣੀ ਦਾ ਫਿਰ ਗਿਆਨ ਦਿੰਦੇ ਗਏ, ਮਤਲਬ ਇੰਟਰਸਟ ਬਣਦਾ ਗਿਆ ਬਾਣੀ ਦਾ। ਮਤਲਬ ਬਹੁਤ ਸਾਰੇ ਸਾਲ ਮੈਨੂੰ ਨਹੀਂ ਸੀ ਪਤਾ ਵੀ ਬਾਣੀ ਹੁੰਦੀ ਕੀ ਹੈ, ਸਿਰਫ ਪੜ੍ਹ ਲੈਣੀ ਇਕੱਲੀ, ਜਾਂ ਫਿਰ ਇਹਦੇ 'ਚ ਗਿਆਨ ਕੀ ਹੁੰਦਾ ਹੈ, ਜਾਂ ਫਿਰ ਇਹਦੀ ਆਤਮਿਕ ਅਵਸਥਾ ਕੀ ਹੈ। ਇਹਨਾਂ ਗੱਲਾਂ ਦਾ ਕੋਈ ਨੇੜੇ ਤੇੜੇ ਦਾ ਵੀ ਵਾਸਤਾ ਨਹੀਂ ਸੀ। ਲੇਕਿਨ ਹੌਲੀ ਹੌਲੀ ਜਦੋਂ ਬੰਦਾ ਵਿਚਰਦਾ ਹੈਗਾ ਤਾਂ ਜ਼ਿਆਦਾਤਰ ਉਹੇ ਜੇ ਮੈਨੂੰ ਮਹਾਂਪੁਰਸ਼ਾਂ ਦਾ ਲਾ ਲਓ ਮੇਲ ਹੋਇਆ ਵੀ ਜਿਨ੍ਹਾਂ ਕੋਲ ਗਿਆਨ ਸੀ। ਤਾਂ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਤੇਰਾ ਦਿਮਾਗ ਚੰਗਾ ਹੈ, ਤੂੰ ਪੜ੍ਹ ਸਕਦਾ, ਤੂੰ ਸਿੱਖ ਸਕਦਾ, ਤਾਂ ਗੁਰਬਾਣੀ ਦੀ ਅਰਥ ਵੀ ਪੜ੍ਹਿਆ ਕਰ, ਤਾਂ ਤੂੰ ਮਤਲਬ ਹੌਲੀ ਹੌਲੀ ਕੀਰਤਨ ਕਰਨ ਲੱਗ ਜਾ, ਕਥਾ ਕਰਨ ਲੱਗ ਜਾ, ਪ੍ਰਚਾਰ ਕਰਨ ਲੱਗ ਜਾ, ਵਧੀਆ ਚੰਗੀ ਤਰੀਕੇ ਨਾਲ ਆਪਦਾ ਘਰ ਬਾਰ ਚਲਾਉਣ ਲੱਗ ਜਾਏਗਾ। ਅਸਲ ਤਾਂ ਜਿਹੜਾ ਮੇਰਾ ਪਿਛੋਕੜ ਹੈ ਬਾਣੀ ਦਾ, ਉਹ ਐਂ ਮੰਨ ਕੇ ਚੱਲੋ ਵੀ ਲੋੜ ਤੋਂ ਸ਼ੁਰੂ ਹੋਇਆ। ਤਾਂ ਉਹ ਲੋੜ ਹੌਲੀ ਹੌਲੀ ਫਿਰ ਉਹ ਜ਼ਿੰਦਗੀ 'ਚ ਕਰ ਗਈ। ਫਿਰ ਗੁਰੂ ਘਰਾਂ 'ਚ ਸੇਵਾ ਸੁਵਾ ਕਰਨ ਲੱਗੇ, ਬਸ ਐਂ ਮਹਾਰਾਜ ਨੇ ਕਰਦੀ। ਠੀਕ ਹੈ ਜੀ। ਕਹਿੰਦੇ ਜੀ, ਮੈਂ ਤੁਹਾਡੀਆਂ ਵਿਚਾਰਾਂ ਸੁਣੀਆਂ ਨੇ, ਬੜੇ ਵਧੀਆ ਤਰੀਕੇ ਨਾਲ ਆਪ ਪੇਸ਼ਕਾਰੀ ਕਰਦੇ ਹੋ, ਕੀਰਤਨ ਵੀ ਕਰਦੇ ਹੋ। ਅਤੇ ਮੇਰੇ ਮਨ 'ਚ ਵੀ ਇੱਕ ਸਵਾਲ ਆਇਆ ਸੀ, ਆਪਾਂ ਸਵਾਲਾਂ ਦੀ ਸ਼ੁਰੂਆਤ ਕਰ ਲਈਏ। ਵੇਖੋ, ਦੁਨੀਆ ਦੇ ਵਿੱਚ ਇੱਕ ਬੜਾ ਵੱਡਾ ਝਮੇਲਾ ਪਿਆ ਹੈ, ਬੜਾ ਵੱਡਾ ਸਵਾਲ ਹੈ। ਕੁਝ ਲੋਕ ਕਹਿੰਦੇ ਨੇ ਰੱਬ ਹੈ, ਕੁਝ ਲੋਕ ਕਹਿੰਦੇ ਨੇ ਨਹੀਂ ਹੈ। ਜਿਹੜੇ ਰੱਬ ਨੂੰ ਮੰਨਣ ਵਾਲੇ ਨੇ ਉਹ ਆਪਣੇ ਹਿਸਾਬ ਨਾਲ ਦਲੀਲਾਂ ਦਿੰਦੇ ਨੇ, ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਆਪਣੇ ਹਿਸਾਬ ਨਾਲ ਦਲੀਲਾਂ ਦਿੰਦੇ ਨੇ। ਰੱਬ ਦੇ ਬੜੇ ਨਾਮ ਨੇ, ਕੋਈ ਅੱਲਾਹ ਤਾਲਾ, ਕੋਈ ਗੋਡ, ਜੀਸਸ ਕ੍ਰਾਈਸਟ, ਬੜੇ ਨਾਮਾਂ ਦੇ ਨਾਲ ਰੱਬ ਨੂੰ ਯਾਦ ਕੀਤਾ ਜਾਂਦਾ ਹੈ ਤੁਹਾਡੇ ਹਿਸਾਬ ਦੇ ਨਾਲ, ਕਿਉਂਕਿ ਤੁਹਾਡੇ ਕੋਲ ਤਰਕ ਵੀ ਹੈ, ਤੁਹਾਡੇ ਕੋਲ ਸ਼ਰਧਾ ਵੀ ਹੈ। ਤੁਹਾਡੇ ਹਿਸਾਬ ਦੇ ਨਾਲ ਰੱਬ ਹੈ ਜਾਂ ਨਹੀਂ ਹੈ, ਇਹਦੇ ਬਾਰੇ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹੋ? ਅਸਲ ਜਿਹੜਾ ਪਰਮਾਤਮਾ ਨੂੰ ਮੰਨਣਾ ਹੈ, ਇਹ ਬੰਦੇ ਦੀ ਪਰਸਨਲ ਥਿੰਕਿੰਗ ਹੈ। ਇਹ ਕਿਸੇ ਸਟੇਟ ਦਾ ਲਾਅ ਨਹੀਂ। ਇਹਨੂੰ ਕਿਸੇ ਲਾਅ ਐਂਡ ਆਰਡਰ 'ਚ ਨਹੀਂ ਪਾ ਸਕਦੇ ਆਪਾਂ ਵੀ ਕੋਈ ਹੁਕਮ ਹੈ ਕਿਸੇ 'ਤੇ ਫੋਕਸ ਕੀਤਾ ਜਾਵੇ ਵੀ ਤੂੰ ਪਰਮਾਤਮਾ ਨੂੰ ਮੰਨ। ਇਹ ਜੇ ਕੋਈ ਨਹੀਂ ਵੀ ਮੰਨਦਾ, ਉਹਦੇ 'ਤੇ ਉਹਨੂੰ ਕੋਈ ਆਪਾਂ ਦੋਸ਼ੀ ਸਾਬਤ ਨਹੀਂ ਕਰ ਸਕਦੇ ਦੁਨੀਆ 'ਚ। ਪਰ ਜਿਹੜਾ ਬੰਦਾ ਆਪਣੇ ਆਪ ਦੀ ਖੋਜ ਕਰਨੀ ਚਾਹੁੰਦਾ ਵੀ ਮੈਂ ਕੀ ਹਾਂ, ਕੌਣ ਹਾਂ ਮੈਂ, ਤਾਂ ਉਹਦਾ ਜਿਹੜਾ ਅੰਦਰਲਾ ਮਤਲਬ ਖਿੱਚ ਹੈ, ਉਹ ਲਾਜ਼ਮੀ ਇਸ ਤੱਕ ਜਾਂਦੀ ਹੈ ਵੀ ਕਿਹੜੀ ਸ਼ਕਤੀ ਹੈ, ਕਿਹੜੀ ਪਾਵਰ ਹੈ ਜਿਹੜੀ ਮੇਰੇ ਅੰਦਰ ਚੱਲਦੀ। ਤਾਂ ਉਹਨੂੰ ਜਦੋਂ ਬੰਦਾ ਖੋਜਣ 'ਤੇ ਲੱਗਦਾ ਹੈ ਤਾਂ ਹੋਰ ਕਿਤੋਂ ਪ੍ਰਾਪਤ ਨਹੀਂ ਹੁੰਦੀ। ਉਹ ਧਰਮ ਦੀ ਦੁਨੀਆ 'ਚ ਬੰਦੇ ਨੂੰ ਲੱਗਦਾ ਵੀ ਕੋਈ ਪਰਮਾਤਮਾ ਹੈ, ਕੋਈ ਰੱਬ ਹੈ ਜਿਹੜਾ ਚਲਾਉਂਦਾ। ਹੁਣ ਜਦੋਂ ਤੁਸੀਂ ਜੇ ਮੈਨੂੰ ਪੁੱਛੋ ਵੀ ਪਰਮਾਤਮਾ ਹੈ ਕਿ ਨਹੀਂ, ਤਾਂ ਜੇ ਹੁਣ ਮੈਂ ਸਿੱਧਾ ਡਾਇਰੈਕਟਲੀ ਕਹੂੰਗਾ ਵੀ ਹੈਗਾ, ਤਾਂ ਜਿਹੜੇ ਹੈ ਨਹੀਂ ਉਹ ਕਹਿਣਗੇ ਬਈ ਬੰਦਾ ਐਵੇਂ ਹੀ ਆ ਜਾਂਦਾ। ਤਾਂ ਜੇ ਮੈਂ ਕਹੂੰਗਾ ਵੀ ਹੈ ਨਹੀਂ, ਤਾਂ ਉਹ ਜਿਹੜੇ ਮੰਨਦੇ ਆ ਉਹ ਕਹਿਣਗੇ ਵੀ ਨਾਸਤਿਕ ਹੈ ਬੰਦਾ। ਪਰ ਅਸਲ ਜੋ ਮੈਨੂੰ ਸਮਝ ਆਈ ਹੈ ਉਹ ਇਹ ਹੈ ਵੀ ਇਹ ਜਿੰਨੇ ਛੋਟੀ ਤੋਂ ਛੋਟੀ ਕੋਈ ਚੀਜ਼ ਵੀ ਹੋਵੇ, ਕੋਈ ਇਲੈਕਟ੍ਰੋਨਿਕ ਚੀਜ਼ ਹੈ, ਕੋਈ ਇਲੈਕਟ੍ਰੀਸ਼ੀਅਨ ਚੀਜ਼ ਹੈ, ਕੁਛ ਵੀ ਹੈ ਮਤਲਬ ਇਲੈਕਟ੍ਰਿਕ, ਤਾਂ ਉਹਦੇ 'ਚ ਉਸ ਕਰੰਟ ਨੂੰ ਕੰਟਰੋਲ ਕਰਨ ਵਾਸਤੇ ਕੋਈ ਨਾ ਕੋਈ ਟਰਾਂਸਮੀਟਰ ਲਾਇਆ ਜਾਂਦਾ।
ਇੱਥੋਂ ਤੱਕ ਬੰਦੇ ਦੀ ਹਿਊਮਨ ਬਾਡੀ ਹੈ ਜਿਹੜੀ, ਇਹਦੇ 'ਚ ਵੀ ਇੱਕ ਟਰਾਂਸਮੀਟਰ ਹੈ ਜਿਹੜਾ, ਜਦੋਂ ਤੁਸੀਂ ਦਿਮਾਗ ਦੇ ਡਾਕਟਰ ਨਾਲ ਗੱਲ ਕਰੋਗੇ ਕਿਸੇ ਨਾਲ, ਉਹਨਾਂ ਨੂੰ ਪਤਾ ਹੁੰਦਾ ਮਤਲਬ। ਤਾਂ ਉਹ ਜਦੋਂ ਉਹ ਕਹਿੰਦੇ ਆ ਵੀ ਅੰਦਰ ਇੱਕ ਟਰਾਂਸਮੀਟਰ ਲੱਗਿਆ ਬੰਦੇ ਦੇ, ਤਾਂ ਉਹ ਕੰਟਰੋਲ ਕਰਦਾ ਸਾਰੇ ਕਰੰਟ ਨੂੰ। ਔਰ ਇੱਥੋਂ ਤੱਕ ਵੀ ਸਾਇੰਸ ਨੇ ਮੰਨਿਆ ਵੀ ਉਹ ਜਿਹੜਾ ਟਰਾਂਸਮੀਟਰ ਹੈ ਉੱਥੋਂ ਹੀ ਜਿਹੜਾ ਬੰਦੇ ਦੇ ਦਿਲ ਨੂੰ ਕਰੰਟ ਜਾਂਦਾ। ਇਸੇ ਕਰਕੇ ਬੰਦੇ ਦੀ ਮੈਮਰੀ 'ਚ ਜਦੋਂ ਖਿਆਲ ਜ਼ਿਆਦਾ ਹੋ ਜਾਂਦੇ ਆ ਤਾਂ ਉਹ ਅਟੈਕ ਹਾਰਟ ਨੂੰ ਹੁੰਦਾ। ਹਾਲਾਂਕਿ ਬੋਝ ਤਾਂ ਬ੍ਰੇਨ 'ਤੇ ਪੈਂਦਾ ਹੈ, ਪਰ ਆਪਾਂ ਕਹਿੰਦੇ ਵੀ ਬੋਝ ਕਰਕੇ ਹਾਰਟ ਅਟੈਕ ਹੋ ਗਿਆ। ਤਾਂ ਇਹਦਾ ਮਤਲਬ ਟਰਾਂਸਮੀਟਰ ਹੈ ਕਿਤੇ ਜਿਹੜਾ ਕਰੰਟ ਸਿਸਟਮ ਆ ਉਹ ਜਾ ਰਿਹਾ। ਤਾਂ ਜਾਣੀ ਹਿਊਮਨ ਬਾਡੀ ਨੂੰ ਵੀ ਇੱਕ ਜਿਹੜਾ ਟਰਾਂਸਮੀਟਰ ਹੈ ਉਹ ਕੰਟਰੋਲ ਕਰਦਾ। ਜਦੋਂ ਬੰਦੇ ਨੂੰ ਗੁੱਸਾ ਆਉਂਦਾ ਬਹੁਤ ਸਾਰਾ, ਤਾਂ ਉਦੋਂ ਮਤਲਬ ਆਪਾਂ ਉਹਨੂੰ ਠੰਡਾ ਕਰ ਲੈਂਦੇ ਹਾਂ, ਪਾਣੀ ਪਿਆਉਂਦੇ ਹਾਂ, ਥੋੜ੍ਹੇ ਚਿਰ ਬਾਅਦ ਉਹ ਫਿਰ ਬੈਲੈਂਸ 'ਚ ਆ ਜਾਂਦਾ। ਉਹ ਕੰਟਰੋਲ ਜ਼ਰੂਰ ਹੈਗਾ। ਤਾਂ ਜਿਹੜੇ ਇੰਨੇ ਬ੍ਰਹਿਮੰਡ ਚੱਲਦੇ ਆ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਇਹ ਮੰਨਿਆ ਵੀ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ, ਇਹਦਾ ਮਤਲਬ ਜਿਹੜੇ ਕਰੋੜਾਂ ਬ੍ਰਹਿਮੰਡ ਚੱਲਦੇ ਆ, ਆਪਾਂ ਤਾਂ ਇੱਕ ਬ੍ਰਹਿਮੰਡ ਨੂੰ ਨਹੀਂ ਦੇਖ ਸਕਦੇ, ਉਹਦਾ ਹਿੱਸਾ ਹੈ ਇੱਕ, ਲੇਕਿਨ ਕਰੋੜਾਂ ਬ੍ਰਹਿਮੰਡ ਚੱਲਦੇ ਆ। ਉਹਦੇ 'ਚ ਦੇਖੋ ਆਕਾਸ਼ ਵੀ ਹੈ, ਧਰਤੀ ਵੀ ਹੈ, ਹਵਾ ਵੀ ਹੈ, ਔਰ ਬਿਜਲੀ ਵੀ ਹੈ, ਲਾਈਟ ਵੀ ਹੈ, ਪ੍ਰਕਾਸ਼ ਵੀ ਹੈ। ਉਹ ਸਾਰੇ ਕਾਸੇ ਔਰ ਬੈਲੈਂਸ 'ਚ ਚੱਲ ਰਿਹਾ, ਕਦੇ ਅਨਬੈਲੈਂਸ ਨਹੀਂ ਹੁੰਦਾ। ਉਹ ਜੇ ਮੰਨ ਲਓ ਗੱਲ ਵੀ ਅੱਜ 6:15 ਸੂਰਜ ਚੜ੍ਹਦਾ ਤਾਂ ਉਹ ਕੱਲ੍ਹ ਨੂੰ ਵੀ 6:15 ਚੜ੍ਹੂਗਾ। ਸਾਡੀ ਕਿਸੇ ਦੀ ਹਸਤੀ ਨਹੀਂ ਵੀ ਉਹਨੂੰ 6:15 ਦਾ 6:30 ਕਰਦੀ। ਉਹ ਜਿਹੜਾ ਕੰਟਰੋਲ ਹੈ ਸਾਰੀ ਸ੍ਰਿਸ਼ਟੀ ਨੂੰ ਕਰਦਾ। ਮੇਰੀ ਜਿਹੜੀ ਅੰਦਰਲੀ ਥਿੰਕਿੰਗ ਹੈ, ਮੈਂ ਕਿਸੇ ਨੂੰ ਨਹੀਂ ਮਨਾਉਣਾ ਚਾਹੁੰਦਾ, ਮੈਂ ਉਸ ਨੂੰ ਰੱਬ ਮੰਨਦਾ, ਮੈਂ ਉਹਨੂੰ ਪਰਮਾਤਮਾ ਮੰਨਦਾ ਵੀ ਕੋਈ ਨਾ ਕੋਈ ਪਾਵਰ ਜ਼ਰੂਰ ਹੈ ਜਿਹੜੀ ਇਸ ਸ੍ਰਿਸ਼ਟੀ ਨੂੰ ਚਲਾ ਰਹੀ ਹੈ। ਕੁਦਰਤ ਕਰਕੇ ਵਸਿਆ ਸੋਏ, ਜਿਹਨੇ ਇਸ ਸ੍ਰਿਸ਼ਟੀ ਨੂੰ ਬਣਾਇਆ ਔਰ ਬਣਾ ਕੇ ਇਹਨੂੰ ਕੰਟਰੋਲ ਕਰ ਰਹੀ ਹੈ। ਉਹ ਹਾਂ, ਉਹਨੂੰ ਕਿਸੇ ਆਕਾਰ 'ਚ ਨਹੀਂ ਜੋੜ ਸਕਦੇ ਆਪਾਂ ਵੀ ਇਹ ਕਹਿ ਦਈਏ ਵੀ ਉਹ ਕੋਈ ਬੰਦੇ ਵਾਂਗੂ ਬੈਠਾ ਜਾਂ ਕੋਈ ਇੱਕ ਥਾਂ 'ਤੇ ਕੋਈ ਉਹ ਹੈਗਾ। ਉਹ ਹਰ ਥਾਂ 'ਤੇ ਰਮਿਆ ਹੋਇਆ, ਲੇਕਿਨ ਕੋਈ ਪਾਵਰ ਜ਼ਰੂਰ ਹੈ, ਕੋਈ ਸ਼ਕਤੀ ਜ਼ਰੂਰ ਹੈ ਜਿਹੜੀ ਐਡੇ ਬ੍ਰਹਿਮੰਡਾਂ ਨੂੰ ਕੰਟਰੋਲ ਕਰਦੀ ਹੈ। ਸਾਥੋਂ ਤਾਂ ਆਪਦਾ ਆਪ ਕੰਟਰੋਲ ਨਹੀਂ ਹੁੰਦਾ। ਤੋ ਇਸ ਕਰਕੇ ਜਿਹੜਾ ਇੰਨਾ ਕੁਛ ਬੈਲੈਂਸ 'ਚ ਚਲਾਈ ਜਾਂਦੀ ਹੈ, ਉਹ ਕੋਈ ਨਾ ਕੋਈ ਪਾਵਰ ਤਾਂ ਜ਼ਰੂਰ ਹੈ। ਮੈਂ ਉਹਨੂੰ ਪਰਮਾਤਮਾ ਮੰਨਦਾ। ਬਹੁਤ ਵਧੀਆ ਵਿਚਾਰ ਦਿੱਤੇ ਹੈ ਜੀ ਤੁਸੀਂ। ਪਰ ਇੱਕ ਝਮੇਲਾ ਹੋਰ ਹੈ ਫਿਰ ਪੰਥ ਦੇ ਵਿੱਚ। ਇਕੱਲੇ ਪੰਥ ਦੀ ਆਪਾਂ ਗੱਲ ਨਾ ਕਰੀਏ, ਪੂਰੀ ਦੁਨੀਆ 'ਚ ਹੀ ਇਹ ਝਮੇਲਾ ਹੈ। ਜਿਹੜਾ ਮੇਰਾ ਅਗਲਾ ਸਵਾਲ ਹੈ ਕਿ ਜੇ ਉਹ ਪਰਮਾਤਮਾ ਹੈ ਤਾਂ ਕੀ ਉਹਦਾ ਸਿਮਰਨ ਕਰਨਾ ਜ਼ਰੂਰੀ ਹੈ, ਉਹਦਾ ਸਿਮਰਨ ਕਰਨਾ ਚਾਹੀਦਾ ਹੈ? ਇਹਦੇ ਬਾਰੇ ਕੀ ਵਿਚਾਰ ਦੇਣਾ ਚਾਹੋਗੇ? ਅਸਲ ਸਿਮਰਨ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਯਾਦ ਕਰਨਾ। ਅਤੇ ਯਾਦ ਹੈ ਜਿਹੜੀ ਉਹ ਆਪਾਂ ਕਿਸੇ ਦੇ ਗੁਣ ਨੂੰ ਚੇਤੇ ਕਰਦੇ। ਹੁਣ ਤਾਂ ਕਿਸੇ ਦੀ ਯਾਦ ਆਈ ਨਹੀਂ ਆਪਾਂ ਨੂੰ, ਦੁਨੀਆ 'ਚ ਰਿਸ਼ਤੇਦਾਰ ਬਥੇਰੇ ਹੁੰਦੇ ਆ, ਆਪਣੇ ਦੋਸਤ ਮਿੱਤਰ ਬਥੇਰੇ ਹੁੰਦੇ ਆ, ਲੇਕਿਨ ਜਿਹਦਾ ਗੁਣ ਸਾਡੇ 'ਤੇ ਭਰੂਗਾ ਅਸੀਂ ਯਾਦ ਉਹਨੂੰ ਕਰਦੇ। ਤਾਂ ਉਹ ਜਦੋਂ ਵੀ ਅਸੀਂ ਕਿਸੇ ਨੂੰ ਚੇਤੇ ਕਰਦੇ ਹਾਂ ਤਾਂ ਉਹਦੇ ਗੁਣ ਨੂੰ ਵਾਰੀ ਚੇਤੇ ਕਰਦੇ ਹਾਂ। ਤਾਂ ਜਿਹੜਾ ਪਰਮਾਤਮਾ ਦੇ ਨਾਂ ਹੈ ਜਿੰਨੇ ਬਣੇ ਉਹ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਗੁਣ ਤੋਂ ਬਣੇ। ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਸਿਫਤੀ ਗੰਢ ਪਵੇ ਦਰਬਾਰ। ਅਤੇ ਜੇ ਪਰਮਾਤਮਾ ਨਾਲ ਤੁਸੀਂ ਜੁੜਨਾ ਤਾਂ ਉਹਦਾ ਕੋਈ ਨਾ ਕੋਈ ਗੁਣ ਤੁਹਾਨੂੰ ਜਿਹੜਾ ਹਰ ਵਕਤ ਤੁਹਾਡੇ ਅੰਦਰ ਘਰ ਕਰਨਾ ਚਾਹੀਦਾ। ਬੇਸ਼ੱਕ ਹੈ ਤਾਂ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਹੈ ਤਾਂ ਉਹ ਗੁਣਾਂ ਦੇ ਭਰਪੂਰ ਆ, ਸਮੁੰਦਰ ਆ ਗੁਣਾਂ ਦਾ, ਲੇਕਿਨ ਕੋਈ ਨਾ ਕੋਈ ਗੁਣ ਜਿਹੜਾ ਤੁਹਾਡੇ ਅੰਦਰ ਘਰ ਕਰ ਗਿਆ, ਜਿਹੜਾ ਤੁਹਾਡੀ ਜ਼ਿੰਦਗੀ ਨੂੰ ਸ਼ਾਂਤੀ ਦਿੰਦਾ, ਉਹ ਗੁਣ ਜਦੋਂ ਤੁਸੀਂ ਵਾਰੀ ਚੇਤੇ ਕਰੋਗੇ ਤਾਂ ਉਹ ਸਮਝ ਲਓ ਤੁਸੀਂ ਉਹਦਾ ਸਿਮਰਨ ਕਰਦੇ। ਤਾਂ ਇੱਕ ਬੰਦੇ ਦੇ ਸਰੀਰ ਦੇ ਅੰਦਰ ਮਾਈਂਡ ਹੈ, ਇੱਕ ਬ੍ਰੇਨ ਹੈ, ਔਰ ਜਿਹਨੂੰ ਜਿਹੜੇ ਬੁੱਧੀਜੀਵੀ ਲੋਕ ਆ ਉਹ ਇਹ ਕਹਿੰਦੇ ਆ ਇੱਕ ਸੁਚੇਤ ਮਨ ਹੈ, ਇੱਕ ਅਚੇਤ ਮਨ। ਤਰਕਵਾਦੀ ਵੀ ਮੰਨਦੇ ਕਿ ਇੱਕ ਅਚੇਤ ਮਨ ਹੈ, ਇੱਕ ਸੁਚੇਤ ਮਨ ਹੈ ਬੰਦੇ ਦਾ। ਤਾਂ ਅਸੀਂ ਮਾਈਂਡ ਤੇ ਬ੍ਰੇਨ ਕਰ ਲਈਏ ਜਿਉਂ ਮੰਨ ਲਈਏ। ਤਾਂ ਬ੍ਰੇਨ ਹੈ ਜਿਹੜਾ ਉਹ ਬੰਦੇ ਦੇ ਖਿਆਲ 'ਤੇ ਐਕਸ਼ਨ ਜ਼ਰੂਰ ਕਰਦਾ, ਲੇਕਿਨ ਖਿਆਲ ਮਾਈਂਡ 'ਚ ਹੀ ਆਉਂਦੇ ਆ। ਤਾਂ ਜਿੱਥੇ ਖਿਆਲ ਆਉਂਦੇ ਆ ਉਹਨਾਂ ਖਿਆਲਾਂ ਨੂੰ ਪੋਜ਼ੀਟਿਵ ਕਰਨ ਵਾਸਤੇ ਸਭ ਤੋਂ ਵੱਡਾ ਖਿਆਲ ਪਰਮਾਤਮਾ ਦਾ। ਜਦੋਂ ਪਰਮਾਤਮਾ ਹੀ ਹੈ ਇੱਕ ਜਿਹੜਾ ਯੂਨੀਵਰਸਲ ਹੈ, ਪਰਮਾਤਮਾ ਹੀ ਇੱਕ ਹੈ ਜਿਹੜਾ ਨਿਰਵੈਰ ਹੈ, ਪਰਮਾਤਮਾ ਹੀ ਇੱਕ ਹੈ ਜਿਹੜਾ ਸਾਰਿਆਂ 'ਚ ਇੱਕੋ ਜਿਹਾ, ਪਰਮਾਤਮਾ ਹੀ ਆ ਵੀ ਜਿਹੜਾ ਕਿਸੇ ਨਾ ਮਜ਼ਹਬ ਦਾ, ਜਾਤ ਦਾ, ਕੋਈ ਕਿਸੇ ਚੀਜ਼ ਦਾ ਵਿਤਕਰਾ ਨਹੀਂ ਕਰਦਾ। ਠੀਕ ਹੈ। ਤਾਂ ਮਾਈਂਡ 'ਚ ਜਦੋਂ ਪਰਮਾਤਮਾ ਦਾ ਖਿਆਲ ਲਿਆਵਾਂਗੇ
ਤਾਂ ਦੂਜੇ ਖਿਆਲ ਹੌਲੀ ਹੌਲੀ ਘਟਦੇ ਜਾਣਗੇ। ਤਾਂ ਦੂਜੇ ਖਿਆਲ ਜਦੋਂ ਘਟਦੇ ਜਾਣਗੇ ਤਾਂ ਸਾਡਾ ਕੂੜ ਕਵਾੜ ਅੰਦਰੋਂ ਖਤਮ ਹੁੰਦਾ ਜਾਊਗਾ, ਤਾਂ ਤੁਹਾਡਾ ਮਨ ਨਿਰਮਲ ਹੋ ਜੂ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਇਹੋ ਜਿਹਾ ਹੋ ਜੂ। ਕਿਉਂਕਿ ਵਾਰੀ ਵਾਰੀ ਅਸੀਂ ਪਰਮਾਤਮਾ ਨੂੰ ਚੇਤੇ ਕਰੀ ਜਾਂਦੇ ਹਾਂ। ਤਾਂ ਬੰਦੇ ਦੇ ਮਾਈਂਡ ਨੂੰ ਸ਼ੁੱਧ ਕਰਨ ਵਾਸਤੇ ਦੁਨੀਆ ਦਾ ਕੋਈ ਡਾਕਟਰ, ਕੋਈ ਬੰਦਾ ਮਾਈਂਡ ਦਾ ਆਪਰੇਸ਼ਨ ਥੋੜ੍ਹੀ ਕਰ ਸਕਦਾ। ਬ੍ਰੇਨ ਦਾ ਤਾਂ ਕਰ ਸਕਦਾ, ਮਾਈਂਡ ਦਾ ਥੋੜ੍ਹੀ ਕਰ ਸਕਦਾ। ਤਾਂ ਮਾਈਂਡ ਨੂੰ ਸ਼ੁੱਧ ਕਰਨ ਵਾਸਤੇ ਤਾਂ ਖਿਆਲ ਚੰਗੇ ਪਾਉਣੇ ਪੈਣਗੇ। ਤਾਂ ਖਿਆਲ ਸਭ ਤੋਂ ਵੱਡਾ, ਹੋਰ ਕੋਈ ਖਿਆਲ ਹੀ ਨਹੀਂ ਵੀ ਕਿਸੇ ਆਪਾਂ ਮਨੁੱਖ ਦਾ ਖਿਆਲ ਕਰੀਏ, ਕਿਸੇ ਚੀਜ਼ ਦਾ ਖਿਆਲ ਕਰੀਏ। ਤਾਂ ਸਭ ਤੋਂ ਵੱਡਾ ਵੀ ਪ੍ਰਮਾਤਮਾ ਦਾ ਖਿਆਲ ਕਰੀਏ, ਜਿਹੜਾ ਹਮੇਸ਼ਾ ਲਈ ਰਹਿਣ ਵਾਲਾ, ਜਿਹੜਾ ਨਿਰਵੈਰ ਆ, ਜਿਹਨੂੰ ਕਿਸੇ ਤੋਂ ਡਰ ਨਹੀਂ, ਜਿਹੜਾ ਸਾਰਿਆਂ ਨੇ ਇੱਕੋ ਜਿਹਾ ਪਿਆਰ ਕਰਦਾ। ਤਾਂ ਉਹਨੂੰ ਵਾਰੀ ਵਾਰੀ ਚੇਤੇ ਕਰਨਾ ਲਾਜ਼ਮੀ ਹੈ, ਉਹਨੂੰ ਸਿਮਰਨ ਕਹਿੰਦੇ ਆ। ਔਰ ਜਦੋਂ ਅਸੀਂ ਸਿੱਖ ਪੰਥ ਦੀ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਦਾ ਖਰੜਾ ਪੜ੍ਹਾਂਗੇ, ਬੇਸ਼ੱਕ ਜਿਹੜੇ ਸਾਡੇ ਜਾਗਰੂਕ ਜਿਹੜੇ ਪ੍ਰਚਾਰਕ ਹੈ, ਮਤਲਬ ਜਾਂ ਮਿਸ਼ਨਰੀ ਜਿਹੜੇ ਹੈਗੇ ਆ, ਉਹ ਇਹ ਕਹਿੰਦੇ ਵੀ ਅਕਾਲ ਤਖਤ ਦੀ ਮਰਜ਼ਾਦਾ ਜਿਹੜੀ ਉਹਨੂੰ ਸਿਰਮੌਰ ਮੰਨ ਲੈਣਾ ਚਾਹੀਦਾ। ਤਾਂ ਉਹਦਾ ਪਹਿਲਾ ਪੁਆਇੰਟ ਹੀ ਇਹ ਹੈ ਵੀ ਪਹਿਰ ਰਾਤ ਰਹਿੰਦੀ ਤੁਸੀਂ ਨਾਮ ਸਿਮਰਨ ਜਿਹੜਾ ਅਭਿਆਸ ਕਰਦਾ, ਉਹ ਸਿੱਖੀ ਦੀ ਪਹਿਲੀ ਪਰੰਪਰਾ, ਸਿੱਖੀ ਦਾ ਪਹਿਲਾ ਸਬਕ ਆ। ਜਦੋਂ ਤੁਸੀਂ ਰਹਿਤ ਮਰਜ਼ਾਦਾ ਨੂੰ ਸ਼ੁਰੂ ਕਰੋਗੇ, ਪਹਿਲਾ ਮਤਲਬ ਹੀ ਨਾਮ ਬਾਣੀ ਦਾ ਅਭਿਆਸ ਹੈ। ਅੱਗੇ ਜਾ ਕੇ ਬਾਕੀ ਰਹਿਤਾਂ ਜਿਹੜੀਆਂ ਉਹ ਅੱਗੇ ਜਾ ਕੇ ਆਉਂਦੀਆਂ। ਤਾਂ ਪ੍ਰਮਾਤਮਾ ਦਾ ਸਿਮਰਨ ਕਰਨਾ, ਉਹਦੇ ਕਿਸੇ ਗੁਣ ਨੂੰ ਵਾਰੀ ਵਾਰੀ ਚੇਤੇ ਕਰਨਾ। ਜਿੰਨਾ ਚਿਰ ਉਹ ਚੇਤੇ ਨਹੀਂ ਕਰਨਾ, ਤੁਹਾਡੇ ਦੂਜੇ ਖਿਆਲ ਆ ਜਿਹੜੇ ਉਹ ਡਿਲੇਟ ਨਹੀਂ ਹੋਣੇ, ਦੂਜੇ ਘਟਣੇ ਨਹੀਂ। ਤਾਂ ਉਹ ਜਿਹੜੇ ਬਾਕੀ ਦੇ ਖਿਆਲ ਆ ਉਹ ਤੁਹਾਨੂੰ ਖੱਲਰ 'ਚ ਪਾਉਣਗੇ, ਤੁਹਾਡੀ ਸ਼ਾਂਤੀ ਭੰਗ ਕਰਨਗੇ। ਪ੍ਰਮਾਤਮਾ ਦਾ ਖਿਆਲ ਆ ਉਹ ਤੁਹਾਨੂੰ ਸ਼ਾਂਤੀ ਲੈ ਜਾਊਗਾ। ਅਤੇ ਇਸ ਕਰਕੇ ਸਿਮਰਨ ਕਰਨਾ ਬੜਾ ਜ਼ਰੂਰੀ ਹੈ। ਵਾਹਿਗੁਰੂ, ਬਹੁਤ ਵਧੀਆ ਜੀ, ਬਹੁਤ ਹੀ ਸਹੀ ਤਰੀਕੇ ਨਾਲ ਆਪ ਜੀ ਨੇ ਵਿਚਾਰ ਪੇਸ਼ ਕੀਤੇ ਨੇ। ਪਰ ਫਿਰ ਹੁਣ ਪੰਥ ਦੀ ਗੱਲ ਕਰ ਲਈਏ। ਇਹ ਤਾਂ ਸੀ ਵੀ ਪੂਰੀ ਦੁਨੀਆ ਦੇ ਵਿੱਚ ਝਮੇਲਾ ਹੈ ਨਾ। ਹੁਣ ਇੱਕ ਛੋਟਾ ਜਿਹਾ ਸਵਾਲ ਪੂਰੇ ਪੰਥ ਦੇ ਅੱਗੇ ਵੀ ਹੈ। ਰੱਬ ਨੂੰ ਬੜੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ, ਬੜੇ ਤਰੀਕਿਆਂ ਨਾਲ ਯਾਦ ਕੀਤਾ ਜਾਂਦਾ ਹੈ, ਪਰ ਸਿੱਖਾਂ ਦੇ ਵਿੱਚ ਵਾਹਿਗੁਰੂ ਗੁਰਮੰਤਰ ਹੈ ਜਾਂ ਹਉਮੈ ਖੋਈ, ਇਹ ਪਾਵਨ ਪੰਕਤੀ ਦਾ ਹਵਾਲਾ ਦੇ ਕੇ, ਭਾਈ ਗੁਰਦਾਸ ਜੀ ਦਾ ਹਵਾਲਾ ਦੇ ਕੇ ਇਹ ਕਿਉਂ ਕਿਹਾ ਜਾਂਦਾ ਹੈ ਵੀ ਸਿੱਖਾਂ ਦੇ ਵਿੱਚ ਵਾਹਿਗੁਰੂ ਗੁਰਮੰਤਰ ਜਪ ਕੇ ਹੀ ਸਿਮਰਨ ਕੀਤਾ ਜਾ ਸਕਦਾ ਹੈ? ਐਕਚੁਅਲੀ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਸਾਰੇ ਨਾਮਾਂ ਨਾਲ ਜਿਹੜਾ ਸੰਬੋਧਨ ਕੀਤਾ ਜਾਂਦਾ ਹੈ ਪਰਮਾਤਮਾ ਨੂੰ, ਔਰ ਸਾਰੇ ਨਾਮਾਂ ਨੂੰ ਐਕਸੈਪਟ ਕੀਤਾ, ਕੋਈ ਐਸੀ ਗੱਲ ਨਹੀਂ। ਔਰ ਅਸੀਂ ਗੁਰੂ ਅਰਜਨ ਸਾਹਿਬ ਦਾ ਸ਼ਬਦ ਵੀ ਪੜ੍ਹਦੇ ਹਾਂ ਵੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅੱਲਾ ਹੈ, ਕੋਈ ਨਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ। ਲੇਕਿਨ ਬੇਸ਼ੱਕ ਜਿਹੜਾ ਕੁਛ ਮਰਜ਼ੀ ਕਰੀ ਜਾਵੇ ਕੋਈ, ਜਿੰਨਾ ਚਿਰ ਬੰਦੇ ਨੂੰ ਪਰਮਾਤਮਾ ਦੇ ਹੁਕਮ ਦਾ ਨਹੀਂ ਪਤਾ ਲੱਗਦਾ, ਕਿਉਂਕਿ ਉਹਦੀ ਅਖੀਰਲੀ ਪੰਕਤੀ ਇਹ ਹੈ ਵੀ ਕਹੋ ਨਾਨਕ ਜਿਨ ਹੁਕਮ ਪਛਾਤਾ, ਤੂੰ ਰਾਮ ਰਾਮ ਕਰੀ ਜਾ, ਸਤਨਾਮ ਕਰੀ ਜਾ, ਕੁਛ ਮਰਜ਼ੀ ਕਰੀ ਜਾ, ਲੇਕਿਨ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਅਸਲ ਇਹ ਤਰਕਵਾਦੀ ਸ਼ਬਦ ਆ। ਇਹਨੂੰ ਅਸੀਂ ਸ਼ਰਧਾ ਨਾਲ ਇਕੱਲੀ ਨਾਲ ਰਲਾ ਦਿੰਦੇ ਵੀ ਕੋਈ ਰਾਮ ਰਾਮ ਕਹੀ ਜਾਵੇ, ਕੋਈ ਅੱਲਾ ਅੱਲਾ, ਐਸੀ ਨਹੀਂ ਗੱਲ ਹੈਗੀ। ਇਹਦਾ ਮਤਲਬ ਤੂੰ ਕੁਛ ਵੀ ਕਹਿ, ਜੇ ਹੁਕਮ ਨਹੀਂ ਬੁੱਝਿਆ ਪਰਮਾਤਮਾ ਦਾ ਤਾਂ ਫੇਲ ਆ ਗੱਲ। ਜਿਵੇਂ ਪੜ੍ਹ ਪੁਸਤਕ ਸੰਧਿਆ ਬਾਦਿਆਂ ਜਿਹੜਾ ਸ਼ਬਦ ਗੁਰੂ ਸਾਹਿਬ ਕਹਿੰਦੇ, ਮੇਰੇ ਸਤਿਗੁਰ ਬਾਟ ਨਾ ਪਾਵੇ ਜਿਹੜੀ ਬਣਾ, ਤਾਂ ਉਹ ਜਿਹੜਾ ਹੈਗਾ ਵੀ ਵਾਹਿਗੁਰੂ ਇਸ ਕਰਕੇ ਸਿੱਖਾਂ ਦਾ ਮੰਤਰ ਸਾਡੇ ਸਿੱਖ ਜਗਤ ਵਿੱਚ ਮੰਨਿਆ ਜਾਂਦਾ। ਬਾਕੀ ਦੇ ਨਾਂ ਜਿਹੜੇ ਪਰਮਾਤਮਾ ਦੇ ਲਏ ਜਾਂਦੇ ਆ, ਉਹ ਕਿਸੇ ਨਾ ਕਿਸੇ ਅਵਤਾਰਵਾਦ ਤੋਂ ਆਏ, ਕਿਸੇ ਨਾ ਕਿਸੇ ਦੇਹ ਤੋਂ ਸ਼ੁਰੂ ਹੋਏ। ਜਿਹੜਾ ਅਵਤਾਰ ਦੁਨੀਆ 'ਤੇ ਆਇਆ ਉਸੇ ਦਾ ਨਾਂ ਚੱਕ ਕੇ ਪਰਮਾਤਮਾ ਦਾ ਨਾਂ ਬਣਾਤਾ। ਲੇਕਿਨ ਸਾਡੇ ਸਿੱਖ ਜਗਤ ਵਿੱਚ ਜਿਹੜਾ ਹੁਣ ਸਾਡੇ ਗੁਰੂ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਗੁਰੂ ਦੇਹਾਂ ਵਿੱਚ ਆਏ, ਤਾਂ ਅਸੀਂ ਗੁਰੂ ਗ੍ਰੰਥ ਸਾਹਿਬ 10 ਗੁਰੂਆਂ ਦੀ ਜੋਤ ਮੰਨਦੇ। ਲੇਕਿਨ ਕਿਤੇ ਸਾਡੇ ਸਿੱਖ ਜਗਤ ਵਿੱਚ ਗੁਰਮੰਤਰ ਤੁਸੀਂ ਇਹ ਨਹੀਂ ਮੰਨੋਗੇ ਵੀ ਤੁਸੀਂ ਕਹੋ ਗੁਰੂ ਨਾਨਕ ਤੁਹਾਡਾ ਗੁਰਮੰਤਰ, ਜਾਂ ਤੁਸੀਂ ਕਹੋ ਵੀ ਗੁਰੂ ਗੋਬਿੰਦ ਸਿੰਘ ਤੁਹਾਡਾ ਗੁਰਮੰਤਰ। ਐਸਾ ਨਹੀਂ ਹੈਗਾ। ਅਸੀਂ ਦੇਹ ਦੀ ਜਿਹੜੀ ਉਹ ਪੂਜਾ ਨਹੀਂ ਕਰਦੇ। ਅਸੀਂ ਦੇਹ ਪ੍ਰਤੀ ਕੋਈ ਵੀ ਸ਼ਬਦ ਵਰਤਿਆ ਜਾਂਦਾ ਉਹਨੂੰ ਗੁਰੂ ਨਹੀਂ ਮੰਨਦੇ। ਸਾਡੇ ਅੰਦਰ ਜੋ ਲਾਈਟ ਹੈ, ਜੋ ਪ੍ਰਕਾਸ਼ ਹੈ, ਜਿਵੇਂ ਗੋਮੇ ਨੇ ਹਨੇਰਾ, ਰੂਮੇ ਨੇ ਪ੍ਰਕਾਸ਼, ਜਿਹੜਾ ਪ੍ਰਕਾਸ਼ ਤੁਹਾਨੂੰ ਅੱਗੇ ਲੈ ਕੇ ਜਾਂਦਾ, ਤੁਹਾਡੀ ਮੰਜ਼ਿਲ ਤੱਕ ਪਹੁੰਚਾਉਂਦਾ, ਉਹ ਸਾਡੇ ਲਈ ਗੁਰੂ ਹੈ।
ਤਾਂ ਉਹ ਸਾਡੇ ਲਈ ਗੁਰੂ ਬਾਣੀ ਹੈ, ਉਹ ਸਾਡੇ ਲਈ ਗੁਰੂ ਨਾਨਕ ਸਾਹਿਬ ਦੇ ਬਚਨ ਆ। ਤਾਂ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਬੈ ਕੋ। ਜਿਹੜਾ ਸਾਡੇ ਲਈ ਸਤਿਗੁਰੂ ਹੈ ਨਾ, ਉਹ ਬਚਨ ਆ। ਜਿਵੇਂ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਦਾ ਮਤਲਬ ਹੁੰਦਾ ਬਚਨ। ਤਾਂ ਜਿਹੜਾ ਤੁਹਾਨੂੰ ਲਾਈਟ ਹੈ, ਜਿਹੜੀ ਡਾਇਰੈਕਸ਼ਨ ਦੇ ਕੇ ਜਿਹੜੀ ਸ਼ਕਤੀ ਲੈ ਕੇ ਜਾਂਦੀ ਹੈ, ਅਸੀਂ ਉਹਨੂੰ ਗੁਰੂ ਮੰਨਦੇ ਹਾਂ। ਤਾਂ ਅਸੀਂ ਉਸ ਨੂੰ ਸ਼ਾਬਾਸ਼ ਦਿੰਦੇ ਹਾਂ, ਅਸੀਂ ਉਹਦਾ ਸਿਮਰਨ ਕਰਦੇ ਹਾਂ ਵੀ ਜਿਹੜੇ ਚਾਨਣ ਸਾਨੂੰ ਉੱਥੇ ਤੱਕ ਮੰਜ਼ਿਲ ਤੱਕ ਪਹੁੰਚਾਉਂਦਾ। ਅਸੀਂ ਕਿਸੇ ਦੇਹ ਪ੍ਰਤੀ ਵਰਤੇ ਹੋਏ ਸ਼ਬਦ ਨੂੰ ਗੁਰੂ ਨਹੀਂ ਮੰਨਦੇ। ਤਾਂ ਸਿੱਖ ਜਗਤ ਵਿੱਚ ਵਾਹਿਗੁਰੂ, ਵਾਹਿਗੁਰੂ ਦਾ ਮਤਲਬ ਵੀ ਹੇ ਗੁਰੂ, ਹੇ ਉਹ ਸ਼ਕਤੀ, ਪਰਮ ਸ਼ਕਤੀ ਜਿਹੜੀ ਪਰਮਾਤਮਾ ਤੱਕ ਘੋਲ ਘੁਮਾਈ ਤੇ ਸਮਿੱਤਰ ਵਿੱਚੋਂ ਲੈ ਜਾਏ ਮਲਕੰਤ ਪਛਾਣ, ਵੀ ਜਿਹੜੀ ਤੂੰ ਮੈਨੂੰ ਉਸ ਪਰਮਾਤਮਾ ਤੱਕ ਲਿਜਾਨੀ, ਅਸੀਂ ਤੇਰੇ ਸ਼ਾਬਾਸ਼ ਦਿੰਦੇ, ਅਸੀਂ ਉਹਨੂੰ ਵਾਰੀ ਵਾਰੀ ਚਿੱਤ ਕਰ। ਸਾਡੇ ਲਈ ਗੁਰੂ ਵਾਹ ਹੈ, ਕੋਈ ਦੇਹ ਪ੍ਰਤੀ ਵਰਤਿਆ ਹੋਇਆ ਸ਼ਬਦ ਗੁਰੂ ਨਹੀਂ ਸਾਡੇ। ਉਹ ਲਫ਼ਜ਼ ਜਿਹਦੇ ਤੋਂ ਅੱਗੇ ਕੁਝ ਵੀ ਨਾ ਹੋ, ਹਾਂ, ਵਾਹ, ਆਪਣੇ ਆਪ ਨਿਕਲੇ, ਆਪਣੇ ਉਹ ਅਵਸਥਾ। ਇਸ ਕਰਕੇ ਵਾਹਿਗੁਰੂ ਗੁਰੂ ਮੰਤਰ ਤੁਸੀਂ ਹਾਂ, ਸਿੱਖਾਂ ਵਾਸਤੇ ਅਸੀਂ ਗੁਰੂ ਨੂੰ ਹੀ ਪਰਮਾਤਮਾ ਮੰਨਦੇ ਹਾਂ, ਮਤਲਬ ਵੀ ਉਹਨੇ ਹੀ ਪਰਮਾਤਮਾ ਤੱਕ ਲੈ ਕੇ ਜਾਣਾ। ਇਹ ਵੀ ਬਹੁਤ ਵਧੀਆ ਤਰੀਕੇ ਨਾਲ ਆਪ ਜੀ ਨੇ ਵਿਚਾਰ ਪੇਸ਼ ਕੀਤੀ ਹੈ ਜੀ। ਤੇ ਅਗਲਾ ਸਵਾਲ ਫਿਰ ਮਨ 'ਚ ਪੈਦਾ ਹੁੰਦਾ ਹੈ ਵੀ ਜੇ ਆਪਾਂ ਸ਼ਬਦ ਨੂੰ ਗੁਰੂ ਮੰਨਦੇ ਹਾਂ, ਉਹ ਸ਼ਬਦ ਜਿਹਨੂੰ ਪੜ੍ਹ ਕੇ, ਜਿਹਦਾ ਗਿਆਨ ਹਾਸਲ ਕਰਕੇ ਆਪਣੇ ਆਪ ਹਿਰਦੇ 'ਚੋਂ ਵਾਹ ਨਿਕਲ ਜਾਂਦਾ ਹੈ, ਜੇ ਉਹ ਸ਼ਬਦ ਗੁਰੂ ਹੈ ਤੇ ਫਿਰ ਅਸੀਂ ਇਹ ਲਫ਼ਜ਼ ਕਿਉਂ ਵਰਤਦੇ ਹਾਂ, ਦੋਹਰਾ ਵੀ ਪੜ੍ਹਦੇ ਹਾਂ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਗੁਰੂ ਗ੍ਰੰਥ ਸਾਹਿਬ ਨੂੰ ਫਿਰ ਦੇਹ ਕਿਉਂ ਮੰਨਦੇ ਹਾਂ ਆਪਾਂ? ਸ਼ਬਦ ਤਾਂ ਹਰ ਜਗ੍ਹਾ 'ਤੇ ਮੌਜੂਦ ਹੈ, ਹਰ ਜਗ੍ਹਾ 'ਤੇ ਸਾਡੇ ਨਾਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਫਿਰ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪ੍ਰਗਟ ਗੁਰਾਂ ਕੀ ਦੇਹ ਕਿਉਂ ਮੰਨਦੇ ਹਾਂ? ਗੁਰੂ ਗ੍ਰੰਥ ਸਾਹਿਬ ਇੱਕ ਐਸੀ ਬਾਣੀ ਆ ਜਿਹਦੇ ਤੋਂ ਉੱਤੇ ਦੁਨੀਆ ਦਾ ਗਿਆਨ ਕੋਈ ਨਹੀਂ। ਤੁਸੀਂ ਕਿਸੇ ਵੀ ਸਾਇੰਟਿਸਟ ਨਾਲ ਗੱਲ ਕਰੋਗੇ, ਉਹ ਵੀ ਹਲੇ ਇਸ ਖੋਜ 'ਚ ਪਾਤਾਲਾਂ ਪਾਤਾਲਕ। ਦੁਨੀਆ ਦੀ ਵੱਡੀ ਤੋਂ ਵੱਡੀ ਸਾਇੰਸ ਜਿਹੜੇ ਡਿਵੈਲਪ ਕੰਟਰੀਆਂ, ਮਤਲਬ ਵਿਗਿਆਨ ਦੇ ਅਨੁਸਾਰ ਬਹੁਤ ਸਾਰੀਆਂ ਖੋਜਾਂ ਚੱਲ ਗਈਆਂ, ਉਹ ਵੀ ਹਲੇ ਇਸ ਰਸਤੇ 'ਚ ਵੀ ਕੀਤੇ ਅੰਦ ਚੰਦ ਸੂਰ ਕੀਤੇ ਵੀ ਇਹ ਲੱਭ ਗਏ। ਹਲੇ ਤੱਕ ਦੁਨੀਆ 'ਚ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਸਿਲੇਬਸ ਕੋਈ ਨਹੀਂ। ਅਕਸਰ ਤੇ ਸ਼ਬਦ ਨਾਲ ਗਿਆਨ ਆਉਣਾ। ਜਿੰਨੇ ਸਾਡੇ ਗੁਰੂਆਂ ਨੇ ਦੇਹ ਰਾਹੀਂ ਕਹਿਣਾ ਚਾਹੁੰਦੇ ਸੀ ਸੰਸਾਰ ਨੂੰ, ਜੋ ਉਪਦੇਸ਼ ਦੇਣਾ ਚਾਹੁੰਦੇ ਸੀ, ਉਹ ਗੁਰੂ ਗ੍ਰੰਥ ਸਾਹਿਬ 'ਚ ਇਕੱਠਾ ਕੀਤਾ ਹੋਇਆ। ਔਰ ਗੁਰੂ ਗ੍ਰੰਥ ਸਾਹਿਬ ਇੱਕ ਐਸਾ ਗੁਰੂ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੱਥਾ ਟੇਕਿਆ। ਔਰ ਜਦੋਂ ਤੁਸੀਂ ਬਾਣੀ ਦਾ ਸ਼ੁਰੂਆਤ ਵੀ ਦੇਖੋਗੇ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਸਾਰੇ ਗੁਰੂ ਸਾਹਿਬਾਨਾਂ ਨੇ ਜਦੋਂ ਗੁਰਗੱਦੀ ਦਿੱਤੀ ਤਾਂ ਜਿਹੜੀ ਗੁਰਬਾਣੀ ਹੈ ਉਹ ਨਾਲ ਹੀ ਅੱਗੇ ਦਿੱਤੀ ਬਈ ਇਸ ਦੀ ਸੰਭਾਲ ਕਰਨੀ ਆ ਤੁਸੀਂ, ਇਸ ਸਿਧਾਂਤ ਨੂੰ ਮਤਲਬ ਸੰਭਾਲ ਕੇ ਰੱਖਣਾ ਤੁਸੀਂ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ, ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਨੂੰ, ਗੁਰੂ ਰਾਮਦਾਸ ਨੂੰ, ਗੁਰੂ ਅਰਜਨ ਸਾਹਿਬ, ਮਤਲਬ ਸਾਰਿਆਂ ਨੇ ਉਹ ਬਾਣੀ ਨੂੰ ਸੰਭਾਲ ਕੇ ਰੱਖਿਆ। ਔਰ ਇਸ ਕੱਲਾ ਗ੍ਰੰਥ ਹੈ ਜਿਹੜਾ ਜਿਹਦੇ ਪਹਿਲਾਂ ਗੁਰੂ ਸ਼ਬਦ ਆਉਂਦਾ ਮਗਰ ਸਾਹਿਬ ਆਉਂਦਾ। ਦੁਨੀਆ ਦੇ ਕਿਸੇ ਵੀ ਧਾਰਮਿਕ ਗ੍ਰੰਥ ਨਾਲ ਨਾ ਗੁਰੂ ਲੱਗਦਾ ਨਾ ਸਾਹਿਬ ਲੱਗਦਾ। ਸਰੂਪ ਗ੍ਰੰਥ ਦਾ ਹੈ ਗੁਰੂ ਹੈ। ਗੁਰੂ ਮੈਨੇ ਹੁੰਦਾ ਜਿਹੜਾ ਪ੍ਰਕਾਸ਼ ਤੱਕ ਲੈ ਜੇ, ਚਾਨਣ ਤੱਕ ਲੈ ਜੇ ਹਨੇਰੇ ਤੋਂ। ਸਾਹਿਬ ਹੁੰਦਾ ਪਰਮਾਤਮਾ। ਤਾਂ ਇਹ ਗ੍ਰੰਥ ਦਾ ਸਰੂਪ ਹੈ ਬੇਸ਼ੱਕ, ਲੇਕਿਨ ਗੁਰੂ ਬਣ ਕੇ ਸਾਨੂੰ ਪਰਮਾਤਮਾ ਤੱਕ ਲੈ ਜਾਂਦਾ। ਹੁਣ ਪਰਮਾਤਮਾ ਤੱਕ, ਪਰਮਾਤਮਾ ਇੱਕ ਜੋਤ ਹੈ ਜਿਹਦਾ ਕਰਕੇ ਸਾਰੀ ਸ੍ਰਿਸ਼ਟੀ ਚੱਲਦੀ ਹੈ ਵੀ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਆਤਮਾ ਪ੍ਰਾਤਮਾ ਇੱਕੋ ਕਰੈ, ਵੀ ਪਰਮਾਤਮਾ ਇੱਕ ਜੋਤ ਹੈ ਜਿਹੜੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ, ਇੱਕ ਸ਼ਕਤੀ ਹੈ, ਇੱਕ ਪਾਵਰ ਹੈ। ਤਾਂ ਉਸ ਤੱਕ ਉਹੀ ਲਿਜਾ ਸਕਦਾ, ਸਾਹਿਬ ਤੱਕ ਉਹੀ ਲਿਜਾਊ ਜਿਹਦੇ ਅੰਦਰ ਜੋਤ ਬੈਠੀ ਹੈ।
ਨਿਰਜੀਵ ਚੀਜ਼ ਤਾਂ ਲਿਜਾ ਨਹੀਂ ਸਕਦੀ, ਜਿਹਦੇ ਅੰਦਰ ਕਾਮਨ ਸੈਂਸ ਕੰਮ ਕਰਦੀ ਹੈ ਉਹ ਲਿਜਾ ਸਕਦਾ। ਗੁਰੂ ਗ੍ਰੰਥ ਸਾਹਿਬ ਨੂੰ ਔਰ ਦੁਨੀਆ ਦਾ ਇੱਕੋ ਗ੍ਰੰਥ ਹੈ ਜਿਹਨੂੰ ਮੱਥਾ ਟੇਕਦਾ ਔਰ ਜਿਹਦੇ ਸਾਹਮਣੇ ਅਰਦਾਸ ਹੁੰਦੀ ਹੈ। ਤੋ ਜੇ ਅਸੀਂ ਇਹਨੂੰ ਇਕੱਲਾ ਗ੍ਰੰਥ ਦਾ ਸਰੂਪ ਮੰਨ ਲਈਏ, ਇਕੱਲਾ ਗ੍ਰੰਥ ਮੰਨ ਲਈਏ, ਫਿਰ ਤੇ ਸਾਡਾ ਮੱਥਾ ਟੇਕਣਾ ਬਲਾਈਂਡ ਫੇਥ ਮੰਨਿਆ ਜਾਊ, ਫਿਰ ਸਾਡੀ ਅਰਦਾਸ ਕਰਨੀ ਵੀ ਜਿਹੜੀ ਉਹ ਬਲਾਈਂਡ ਫੇਥ ਮੰਨਿਆ ਜਾਊ। ਲੇਕਿਨ ਅਸੀਂ ਐਸਾ ਨਹੀਂ, ਅਸੀਂ ਇਹਨੂੰ ਮੱਥਾ ਵੀ ਟੇਕਦੇ ਹਾਂ ਔਰ ਅਸੀਂ ਇਸ ਨੂੰ ਅਰਦਾਸ ਕਰਕੇ ਸਾਡਾ ਇਹ ਵਿਸ਼ਵਾਸ ਹੁੰਦਾ ਵੀ ਇਹ ਸਾਡੀ ਗੱਲ ਸੁਣਦਾ। ਤਾਂ ਉਹ ਜਿਹੜੀ ਜੋਤ ਹੈ ਉਹ ਅੱਖਰਾਂ ਤੋਂ ਪਰੇ ਹੁੰਦੀ ਹੈ। 52 ਅੱਖਰ ਲੋਕ ਤਰੈ ਸਭ ਕਿਛ ਨਹੀਂ ਮਾਹੀ, ਇਹ ਅੱਖਰ ਖਿਰ ਜਾਹੇਂਗੇ ਉਹ ਅੱਖਰ ਇਨ ਮੈਂ ਨਾ ਹੈ। ਤਾਂ ਜਿਹੜਾ ਅੱਖਰਾਂ ਤੋਂ ਪਰੇ ਜਿਹੜੀ ਜੋਤ ਹੈ ਨਾ ਅੰਦਰ ਬੈਠੀ, ਉਹ ਸਾਡੀ ਅਰਦਾਸ ਸੁਣਦੀ ਆ, ਤਾਂ ਅਸੀਂ ਕਰਦੇ ਹਾਂ, ਉਹ ਉਸ ਨੂੰ ਅਸੀਂ ਮੱਥਾ ਟੇਕਦੇ ਹਾਂ। ਤਾਂ ਉਹ ਜੋਤ ਮੰਨ ਕੇ ਅਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਉਹਨਾਂ ਦੀ ਆਤਮਾ ਨੂੰ ਇਹਦੇ ਵਿੱਚ ਬੈਠੀ ਮੰਨ ਕੇ ਮਤਲਬ ਇਸ ਨੂੰ ਅਸੀਂ ਅਰਦਾਸ ਕਰਦੇ ਹਾਂ, ਅਸੀਂ ਮੱਥਾ ਟੇਕਦੇ ਹਾਂ, ਅਸੀਂ ਇਹਨਾਂ ਦਾ ਹੁਕਮਨਾਮਾ ਲੈਂਦੇ ਹਾਂ ਔਰ ਅਸੀਂ ਇਸ ਨੂੰ ਇਸ ਤਰ੍ਹਾਂ ਸਮਝਦੇ ਹਾਂ ਬਈ ਗੁਰੂ ਨਾਨਕ ਸਾਹਿਬ ਬੇਸ਼ੱਕ ਉਹ ਮਤਲਬ ਉਹਨਾਂ ਦਾ ਸਰੀਰ ਨਹੀਂ ਰਵਿਆ, ਲੇਕਿਨ ਉਹ ਆਪਣੇ ਗਿਆਨ ਦੇ ਰਾਹੀਂ, ਉਹ ਆਪਣੇ ਮਤਲਬ ਉਸ ਬੁਲੰਦੀ ਰਾਹੀਂ ਜਿੱਥੇ ਤੱਕ ਸਾਨੂੰ ਲਿਜਾਣਾ ਚਾਹੁੰਦਾ, ਉਹ ਗੁਰੂ ਗ੍ਰੰਥ ਸਾਹਿਬ 'ਚ ਬੈਠੇ। ਤੇ ਇਸ ਕਰਕੇ ਸਾਡੇ ਲਈ ਇਉਂ ਆ ਇਹ ਜਿਵੇਂ ਪ੍ਰਗਟ ਗੁਰਾਂ ਕੀ ਦੇਹ ਆ, ਇਹਦੀ ਅਸੀਂ ਪੂਜਾ ਨਹੀਂ ਕਰਦੇ। ਪੂਜਾ ਕੋਈ ਹੋਰ ਚੀਜ਼ ਹੁੰਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਨਾਨਕ ਬੈਠਾ ਮੰਨਦੇ। ਪੂਜਾ ਕਰਨੀ ਹੋਰ ਚੀਜ਼ ਹੁੰਦੀ ਹੈ, ਲੇਕਿਨ ਗੁਰੂ ਮੰਨਣਾ ਕੁਛ ਹੋਰ ਚੀਜ਼ ਹੁੰਦੀ ਹੈ। ਤਾਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇਸ ਤਰ੍ਹਾਂ ਮੱਥਾ ਟੇਕਦੇ ਜਿਵੇਂ ਸਾਡੇ ਸਾਹਮਣੇ ਗੁਰੂ ਨਾਨਕ ਬੈਠਾ। ਤਾਂ ਇਸ ਕਰਕੇ ਜਿਹੜੀ ਸਿੱਖ ਜਗਤ 'ਚ ਜਿਹੜੀ ਸ਼ਰਧਾ ਹੈ ਉਹ ਪ੍ਰਗਟ ਗੁਰਾਂ ਕੀ ਦੇਹ। ਔਰ ਉਹਦਾ ਅਗਲਾ ਦੋਹਰਾ ਤੁਸੀਂ ਜੇ ਸੁਣੋਗੇ ਜਾਂ ਪੜ੍ਹੋਗੇ ਤਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸੁਣੀਏ। ਤਾਂ ਉਹ ਸ਼ਬਦ ਹੀ ਸਾਡੇ ਲਈ ਗੁਰੂ ਨਾਨਕ ਦੀ ਦੇਹ ਬਣ ਜਾਂਦਾ।